उमरां दा लम्मा पैंडा हस के मुका ले रावां दियां कंढियां नूं सीने नाल ला ले उमरां दा लम्मा पैंडा हस के मुका ले। डॉक्टर जगतारण भाटिया का जन्म 12 सितंबर 1923 ਨੂੰ ਪਿਤਾ ਸ਼੍ਰੀ ਸਾਈਂਦਾਸ ਤੇ ਮਾਤਾ ਚੰਨਨ ਦੇਵੀ ਦੇ ਘਰ ਤਲਾਗੰਗ ਪਾਕਿਸਤਾਨ ਵਿਖੇ ਹੋਇਆ। ਪ੍ਰਾਇਮਰੀ ਗਵਰਨਮੈਂਟ ਮਿਡਲ ਸਕੂਲ ਨਜ਼ੀਮੁੱਲਾ ਤੋਂ ਤੇ 10ਵੀਂ ਖਾਲਸਾ ਹਾਈ ਸਕੂਲ ਹਰੀਪੁਰ ਹਜ਼ਾਰਾ ਤੋਂ ਕੀਤੀ। ਆਰਿਆ ਮੈਡੀਕਲ ਸਕੂਲ ਲੁਧਿਆਣਾ ਤੋਂ ਪ੍ਰੀ ਮੈਡੀਕਲ ਕਰਨ ਤੋਂ ਬਾਅਦ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ DCD ਕੀਤੀ ਤੇ ਯੂਨੀਵਰਸਿਟੀ 'ਚ ਫਸਟ ਆਏ। ਡਿਗਰੀ ਹਾਸਿਲ ਕਰਨ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਪਹਿਲੀ ਪੋਸਟਿੰਗ ਤਾਲਿਬਾਨ ਦੇ ਨਾਲ ਲੱਗਦੇ ਇਲਾਕੇ ਪੇਸ਼ਾਵਰ 'ਚ ਹੋਈ। ਉੱਥੇ 2 ਸਾਲ ਡਾਕਟਰੀ ਸੇਵਾਵਾਂ ਨਿਭਾਈਆਂ। 1947 ਦੀ ਵੰਡ ਤੋਂ ਬਾਅਦ ਦਿੱਲੀ ਆ ਗਏ ਤੇ ਵੱਖ-ਵੱਖ ਹਸਪਤਾਲਾਂ 'ਚ ਡਾਕਟਰੀ ਸੇਵਾਵਾਂ ਦਿੱਤੀਆਂ। 1960 'ਚ ਜਲੰਧਰ ਦੇ ਗੁਲਾਬ ਦੇਵੀ ਹਸਪਤਾਲ 'ਚ ਬਤੌਰ TB ਸਪੈਸ਼ਲਿਸਟ ਜੁਆਇਨ ਕੀਤਾ। 1973 'ਚ ਆਪਣਾ ਨਿੱਜੀ ਹਸਪਤਾਲ ਖੋਲ੍ਹਿਆ ਤੇ ਹੁਣ ਤੱਕ ਲਗਾਤਾਰ ਮਰੀਜ਼ਾਂ ਦੀ ਸੇਵਾ ਕਰ ਰਹੇ ਨੇ। ਡਾਕਟਰ JT ਭਾਟੀਆ ਵੱਖ-ਵੱਖ ਅਖਬਾਰਾਂ 'ਚ ਕਾਲਮ ਰਾਈਟਰ ਨੇ ਤੇ ਇਹਨਾਂ ਦੀਆਂ ਹੁਣ ਤੱਕ 4 ਕਿਤਾਬਾਂ ਛਪ ਚੁੱਕੀਆਂ ਨੇ। ਉਰਦੂ 'ਚ ਵਾਰਦਾਤੇ ਦਿਲ, ਪੰਜਾਬੀ 'ਚ ਦਿਲ ਇੱਕ ਅਨਮੋਲ ਰਤਨ, ਹਿੰਦੀ 'ਚ ਦਿਲ ਇੱਕ ਮੰਦਿਰ ਅਤੇ ਅੰਗਰੇਜ਼ੀ 'ਚ ਹਿਸਟਰੀ ਆਫ ਟਿਊਬਰਕਲੋਸਿਸ। ਡਾਕਟਰੀ ਪੇਸ਼ੇ ਦੇ ਸੱਚੇ ਅਰਥਾਂ ਨੂੰ ਜਾਣਦੇ ਹੋਏ ਡਾਕਟਰ JT ਭਾਟੀਆ ਸਮਾਜ ਸੇਵਾ ਵੀ ਕਰ ਰਹੇ ਨੇ। ਗਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਸੇਵਾਵਾਂ ਦਿੰਦੇ ਨੇ। ਵੱਖ-ਵੱਖ ਸਮੇਂ ਤੇ ਫ੍ਰੀ ਮੈਡੀਕਲ ਕੈਂਪ, ਆਈ ਕੈਂਪ, ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਨੇ ਅਤੇ ਵੱਖ-ਵੱਖ ਸੰਸਥਾਵਾਂ ਨਾਲ ਵੀ ਜੁੜੇ ਨੇ, ਜਿਨ੍ਹਾਂ 'ਚ ਪੀਪਲ ਵੈਲਫੇਅਰ ਸੁਸਾਇਟੀ, ਉਰਦੂ ਕਲੱਬ ਵਰਗੀਆਂ ਸੰਸਥਾਵਾਂ ਸ਼ਾਮਲ ਨੇ। ਡਾਕਟਰ JT ਭਾਟੀਆ ਹੋਰਾਂ ਦੀ ਸੇਵਾ ਭਾਵਨਾ ਕਰਕੇ ਇਹਨਾਂ ਨੂੰ ਕਈ ਮਾਨ ਸਨਮਾਨ ਵੀ ਮਿਲੇ ਨੇ, ਜਿਨ੍ਹਾਂ 'ਚ IMA ਵੱਲੋਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਸ਼ਾਮਲ ਹੈ। ਆਓ ਮੁਲਾਕਾਤ ਕਰਦੇ ਹਾਂ ਡਾਕਟਰ JT ਭਾਟੀਆ ਹੋਰਾਂ ਨਾਲ। ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਉਮਰਾਂ ਦੇ ਪੈਂਡ ਵਿੱਚ। ਉਮਰ-ਦਰਾਜ਼ ਕਵੀ ਤੇ ਨਾਟਕਕਾਰ ਫੈਡਰਿਕੋ ਗਾਰਸੀਆ ਨੂੰ ਇੱਕ ਵਾਰੀ ਕਿਸੇ ਨੇ ਉਹਨਾਂ ਦੀ ਉਮਰ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਆਪਣੇ ਬਾਰੇ 'ਚ ਲੱਗਦਾ ਹੈ ਕਿ ਮੈਂ ਹਾਲੇ ਵੀ ਇੱਕ ਬੱਚਾ ਹੀ ਹਾਂ। ਕੁਝ ਇਹੋ ਜਿਹਾ ਜੋਸ਼ ਤੇ ਉਤਸ਼ਾਹ ਰੱਖਦੇ ਨੇ ਸਾਡੇ ਅੱਜ ਦੇ ਮਹਿਮਾਨ। 93 ਸਾਲ ਦੀ ਉਮਰ 'ਚ ਵੀ ਹੁਣ ਵੀ ਲਗਾਤਾਰ ਮਰੀਜ਼ਾਂ ਦੀ ਸੇਵਾ ਕਰ ਰਹੇ ਨੇ। ਨਾ ਸਿਰਫ ਇੱਕ ਡਾਕਟਰ ਨੇ ਬਲਕਿ ਇੱਕ ਸਮਾਜ ਸੇਵਕ ਤੇ ਲੇਖਕ ਵੀ ਨੇ। ਮੇਰੀ ਮੁਰਾਦ ਡਾਕਟਰ ਜਗਤਾਰਨ ਭਾਟੀਆ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਭਾਟੀਆ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਤੁਹਾਡੇ ਮੁੱਢਲੇ ਸਫ਼ਰ ਬਾਰੇ, ਤੁਹਾਡੇ ਜੀਵਨ ਬਾਰੇ, ਤੁਹਾਡੇ ਜਨਮ ਤੇ ਤੁਹਾਡੀ ਸਿੱਖਿਆ ਬਾਰੇ। ਮੈਂ ਦੇਸ਼ ਦੇ ਸਭ ਤੋਂ ਉਤਲੇ ਕੋਨੇ ਫਰੰਟੀਅਰ ਪਿਸ਼ਾਵਰ ਦੇ ਨਜ਼ਦੀਕ ਕੋਟ ਜੀ ਮੁੱਲਾ ਦੇ ਦਾ ਰਹਿਣ ਵਾਲਾ ਹਾਂ ਤੇ ਜਦੋਂ ਮੇਰਾ ਜਨਮ ਹੋਣ ਵਾਲਾ ਸੀ ਪਲੇਗ ਫੈਲ ਗਈ ਸੀ, ਹਜ਼ਾਰਾਂ ਲੋਕ ਮਰ ਰਹੇ ਸਨ। ਮੇਰੀ ਮਾਂ ਮੈਨੂੰ ਆਪਣੇ ਗਰਭ 'ਚ ਲੈ ਕੇ 100 ਮੀਲ ਪਰੇ ਪੰਜਾਬ 'ਚ ਚਲੀ ਗਈ ਸੀ। ਉੱਥੇ ਮੇਰਾ ਜਨਮ ਹੋਇਆ ਤਲਾਗੰਗ ਦੇ ਪਿੰਡ 'ਚ। ਜਿੱਥੇ ਤੱਕ ਮੇਰੀ ਤਾਲੀਮ ਦਾ ਸਿੱਖਿਆ ਦਾ ਤਾਲੁਕ ਹੈ, ਸਾਡੇ ਪਿੰਡ ਦੇ ਵਿੱਚ ਮਿਡਲ ਸਕੂਲ ਸੀ ਔਰ ਉਹਦੇ ਵਿੱਚ ਇੰਗਲਿਸ਼ ਨਹੀਂ ਪੜ੍ਹਾਈ ਜਾਂਦੀ ਸੀ। ਇਸ ਕਰਕੇ ਪ੍ਰਾਇਮਰੀ ਆਪਣੇ ਪਿੰਡ ਤੋਂ ਪੜ੍ਹੀ ਤਾਂ ਉਸ ਤੋਂ ਬਾਅਦ ਕਿਉਂਕਿ ਉਹ ਐਂਗਲੋ ਇੰਗਲਿਸ਼ ਨਹੀਂ ਪੜ੍ਹਾਈ ਜਾਂਦੀ ਸੀ, ਅਸੀਂ ਤਹਿਸੀਲ ਹੈਡਕੁਆਟਰ ਚਲੇ ਗਏ। ਉੱਥੇ ਖਾਲਸਾ ਹਾਈ ਸਕੂਲ ਦੇ ਵਿੱਚ ਦਾਖਲ ਹੋਏ। ਉੱਥੇ ਮੈਂ 5ਵੀਂ ਤੋਂ ਲੈ ਕੇ 10ਵੀਂ ਤੱਕ ਮੈਂ ਪੜ੍ਹਿਆ ਔਰ ਉੱਥੇ ਮੈਂ 10ਵੀਂ ਦੇ ਵਿੱਚ ਮੈਂ ਕਲਾਸ 'ਚ ਵੀ ਫਸਟ ਆਇਆ ਔਰ ਫਸਟ ਡਿਵੀਜ਼ਨ ਦੇ ਵਿੱਚ ਮੈਂ ਪਾਸ ਕੀਤਾ। ਉਸ ਤੋਂ ਬਾਅਦ ਆਰੀਆ ਮੈਡੀਕਲ ਸਕੂਲ ਜਿਹੜਾ ਕਿ ਹੁਣ DMC ਮੈਡੀਕਲ ਕਾਲਜ ਹੈ, ਉੱਥੇ ਮੈंने ਪ੍ਰੀ ਮੈਡੀਕਲ ਕੀਤੀ। ਪ੍ਰੀ ਮੈਡੀਕਲ ਤੋਂ ਬਾਅਦ ਅੰਮ੍ਰਿਤਸਰ ਨਾਮੀਨੇਟ ਹੋ ਕੇ ਗਿਆ। ਉੱਥੇ ਜਾ ਕੇ ਤੇ ਮੈਂ ਆਪਣੇ 40 ਤੋਂ 45 ਦੀ ਟਾਈਮ ਦੇ ਵਿੱਚ ਮੈਂ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਵਿੱਚ ਡਾਕਟਰੀ ਪਾਸ ਕੀਤੀ ਔਰ ਹਮੇਸ਼ਾ ਡਿਸਟਿੰਕਸ਼ਨ ਹਾਸਲ ਕੀਤੀ। ਡਾਕਟਰ ਸਾਹਿਬ, ਮੈਡੀਕਲ ਕਰਨ ਤੋਂ ਬਾਅਦ ਤੁਹਾਡੇ ਕੈਰੀਅਰ ਦੀ ਸ਼ੁਰੂਆਤ ਕਿਵੇਂ ਹੋਈ? ਉਹ ਇੱਦਾਂ ਹੈ ਕਿ ਕਿਉਂਕਿ ਅਸੀਂ ਸਰਕਾਰ ਦੇ ਨਾਲ ਬਾਂਡ ਭਰਿਆ ਸੀ ਕਿ ਨਾਮੀਨੇਸ਼ਨ ਸਰਵਿਸ ਜ਼ਰੂਰ ਕਰਨੀ
पेगी तो उन्होंने मेरी अपॉइंटमेंट जिथे अजकल तालबान ट्राइबल एरिया उत्थे मेरी पोस्टिंग कर दी। उत्थे जाके मैं 2 साल सर्विस की और 2 साल सर्विस करके उस तो बाद जल्द पार्टीशन हुई कंट्री की वंड हुई। वंड वेले बाकी लोगों के नाल असी भी इंडिया च दिल्ली आके उतर गए। दिल्ली आके तो मैंने कारपोरेशन दे विच सर्विस ज्वाइन की। सन 60 दे विच गुलाब देवी हॉस्पिटल नॉर्थ इंडिया का सब तो फेमस TB हस्पताल इत्थे मैनूं ऑफर मिली। मैं आ गया इत्थे। इत्थे आके मैं बड़े लगन दे नाल काम किया और हर वेले मैं 100-150 मरीजों नाल घिरिया रहिंदा सा। और ये इतना भारी उत्थे एक संघर्ष किया सर्विस के गुलाब देवी हस्पताल के कि मैं सारे ना सिर्फ जलंधर बल्कि पंजाब च मशहूर हो गया। सन 73 दे विच वो ये भी याद कर लवा कि गुलाब देवी हस्पताल दे विच गुलाब देवी हस्पताल के थ्रू मैं DCD स्पैशलिस्ट इन TB एंड चेस्ट डिजीज़ करन गया अमृतसर। उत्थों मैं 1 साल का कोर्स किया और यूनिवर्सिटी च फर्स्ट आया। जी JT भाटिया साहब तुसी एक डॉक्टर भी हो और डॉक्टर होने तो इलावा तुसी लिखदे भी हो। तुहाडीआं 4 किताबां छप चुकियां ने। तुहानूं ये लिखण दा शौक किवें पैदा होया? ये बड़ा मुश्किल की गल है कि कितना शौक पैदा होया। ये एक खुदादाद चीज़ है, अंदरों इनहेरिट चीज़ है, इनहेरिटेड है कि मेरे अंदरों मैं छोटा जैसा 8वीं च कला चौथे तो 5वीं 6वीं पढ़ता सा तो मैं हथ नाल लिख के तो एक अखबार कढ़दा सा। मैं अपने रुझान नूं डिवेलप किया। डिवेलप होकर नतीजा होया कि मैं 4 किताबां लिखिया। एक किताब का नाम वारदात है दिल, एक का नाम जीवन एक अनमोल रतन, एक किताब का नाम आर्ट प्रिवेंशन ऑफ हार्ट डिजीज़ और TB की इस चीज़ उत्ते ये 4 किताबां मैं लिखिया। इस तो अलावा जो अखबारों के मेरा इतना डिमांड सी कि हर एक अखबार वाले मेरे को आते सन कहते सन साढ़े अखबार च कालम लिखो, साढ़े च कालम लिखो। मैं 30-40 साल कालम राइटर रहा। आखिर तो मैं हो ही गया और ये लिखते लिखते अज मैं अलमारियां भर गई मेरिया। मैं इन्ना कोई लिखा। तुसी एक डॉक्टर हो, एक लिखारी हो, इस तो इलावा तुसी एक समाज सेवक भी हो। समाज सेवा बारे सानू दसो। समाज सेवा बारे मैं अपनी फाउंडर सोसाइटी बना के रखी जिसका नाम सी पीपल वेलफेयर सोसाइटी। और उस तो अलावा बस्ती शेख के एक अस्पताल खोलिया जिसका नाम 6वीं पातशाही, उसका मैं फाउंडर प्रेजिडेंट हाँ। और वो उत्थे जाके मैं उत्थे सेवा उन्होंने करनी पैंदी सी। रोज़ाना किन्ने मील जाके आना पैंदा सी और जाके कैंप लगाने, दमा कैंप, मेडिकल कैंप, ब्लड डोनेशन कैंप, आई कैंप, बड़ी एक्टिविटीज़ इतनी ज़्यादा करना था। और इस तरह समाज सेवा करते करते मैं अब इस स्टेज पर पहुँच गया कि मैनू बड़ा फख्र है जेड़े अपने में टाइम बिताई किया है। मैं डॉक्टर JT भाटिया ने बहुत देर तो जानती हाँ। ही इज़ अ ग्रेट डॉक्टर एंड आई एम ए वेरी बिग एडमायरर। जो मैं पाकिस्तान तो इत्थे आए 1960 इन्होंने गुलाब देवी काम किया फॉर ईयर्स टुगेदर। ये अपने पेशेंट्स लिए इतनी डेडिकेटेडली काम कर रहे हैं। उससे अलावा भी ये बहुत ज़्यादा सोशल एक्टिविस्ट है। इन्होंने कोई भी गरीब इंसान आए तो उसकी पूरी तरीके नाल मदद की है। कोई ऐसा बच्चा जड़ा ना पढ़ सके उसकी मदद की है। उन्होंने लड़कियां दी जिन्हां दी शादियां नहीं होंदियां सी डॉक्टर साहब ने उन्हां दियां शादियां करवाइयां। और कई बारी जी फैमिली डिसरप्ट हो जांदियां सीगियां, कोई लेडीज़ जड़ियां आके इन्हां तो कोई मदद मंगदियां सी तो डॉक्टर दिल जान नाल अपनी उन्हां दी मदद करदे सी। उसके अलावा भी ये बहुत ग्रेट राइटर है। इन्होंने 4 किताबां ऑथर की हैं और उर्दू दे माहिर है और शेर व शायरी भी बहुत अच्छे हैं। मेरा नहीं ख्याल कोई भी डॉक्टर इस एज में इतना काम कर सकता है जितना कि डॉक्टर साहब अजे भी काम कर रहे हैं। अज भी उन्होंने विच वही स्पिरिट है जो अज तो 50 साल पहला उन्होंने स्पिरिट सीगी। मैं डॉक्टर साहब दियां वर्किंग नूं बड़े नज़दीकी तो देखा कि अपने बैड्स के उत्ते पा के पेशेंट नूं ग्लूकोस लगाते सी, अंदर जगह नहीं होंदी सी और सेवा भाव पैसे वाल कभी इन्होंने देखा नहीं सी और अज भी नहीं पैसे वाल देखते। इन्हां दे नाल दे डॉक्टरां ने 3-3 हॉस्पिटल्स बनाए
ਔਰ ਕਮਰਸ਼ੀਅਲ ਕੰਮ ਕੀਤੇ, ਕਰੋੜਾਂ ਰੁਪਏ ਕਮਾਏ। ਇਹਨਾਂ ਨੇ ਕਰੋੜਾਂ ਰੁਪਏ ਨਹੀਂ ਕਮਾਏ, ਪਰ ਇਹਨਾਂ ਨੇ ਨਾਮ ਕਮਾਇਆ ਔਰ ਸੇਵਾ ਕੀਤੀ, ਔਰ ਬਿਨਾਂ ਕਿਸੇ ਲਾਲਚ ਤੋਂ ਔਰ ਆਪਣਾ ਫੁੱਲ ਟਾਈਮ ਉੱਥੇ ਮਰੀਜ਼ਾਂ ਨੂੰ ਦੇਖਦੇ ਰਹੇ ਨੇ ਔਰ ਸੇਵਾ ਕਰਦੇ ਰਹੇ ਨੇ। ਔਰ ਸੋਸ਼ਲ ਸਰਵਿਸ ਦੇ ਵਿੱਚ ਡਾਕਟਰ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਇਸ ਸ਼ਹਿਰ ਦੇ ਵਿੱਚ। ਹੁਣ ਮੈਂ ਏਜਡ ਹੋ ਗਿਆ, ਲੇਕਿਨ ਇਸ ਦੇ ਬਾਵਜੂਦ ਮੇਰਾ ਜਿਹੜਾ ਸੈਕਟਰੀ ਹੈ ਰਘਬੀਰ ਲਾਲ, ਸੋਸ਼ਲ ਸਰਵਿਸ ਸਮਾਜ ਸੇਵਕ, ਉਹ 올 ਟਾਈਮ ਮੇਰੇ ਵਾਸਤੇ ਜਾ ਕੇ ਫੀਲਡ ਦੇ ਵਿੱਚ ਕੰਮ ਕਰਦਾ ਹੈ ਔਰ ਇਸ ਮੇਰੇ ਕੋਲੋਂ ਜ਼ਿਆਦਾ ਐਕਟਿਵ ਹੈ। ਮੈਂ ਹੁਣ ਤਕਰੀਬਨ ਹੋਮ ਕਨਫਾਈਨਡ ਹਾਂ, ਮੈਂ ਬਾਹਰ ਫੀਲਡ 'ਚ ਨਹੀਂ ਜਾ ਸਕਦਾ, ਲੇਕਿਨ ਇਸ ਵਕਤ ਵੀ ਮੈਂ ਆਪਣੇ ਆਪ ਨੂੰ ਬੜਾ ਐਕਟਿਵ ਸਮਝਦਾ। ਡਾਕਟਰ JT ਭਾਟੀਆ ਨਾਲ ਮੇਰੇ ਸੰਬੰਧ ਅੱਜ ਤੋਂ ਕੋਈ 50-55 ਸਾਲ ਹੋ ਗਏ ਹਨ। ਜਿਸ ਵਕਤ ਇਹ ਗੁਲਾਬਦੇਵੀ ਹਸਪੀਟਲ ਸਰਵਿਸ ਕਰਦੇ ਸੀਗੇ, ਡਾਕਟਰ ਸਾਹਿਬ ਦੀ ਨੇਚਰ ਇਸ ਤਰ੍ਹਾਂ ਦੀ ਹੈ, ਮੇਰੇ ਖਿਆਲ ਦੇ ਵਿੱਚ 1000 ਡਾਕਟਰ ਪਿੱਛੇ ਇੱਕ ਡਾਕਟਰ ਹਨ। ਇਹਨਾਂ ਨੂੰ ਅੱਜ ਤੱਕ ਗੁੱਸੇ 'ਚ ਕਿਸੇ ਵੀ ਇਨਸਾਨ ਨੇ ਨਹੀਂ ਦੇਖਿਆ, ਔਰ ਇਹਨਾਂ ਨੂੰ ਕੋਈ ਵੀ ਕਿਸੇ ਕਿਸਮ ਦਾ ਵੀ ਗੱਲ ਕੋਈ ਕਹਿ ਦਿਓ, ਇਹਨਾਂ ਨੇ ਗੁੱਸਾ ਬਿਲਕੁਲ ਨਹੀਂ ਕਰਨਾ ਔਰ ਹਰ ਇੱਕ ਨਾਲ ਪਿਆਰ ਦੇ ਨਾਲ ਗੱਲ ਕਰਨੀ ਹੈ। ਕੋਈ ਬਾਹਰੋਂ ਪੇਸ਼ੈਂਟ ਵੀ ਆ ਜਾਏ ਜਾਂ ਕੋਈ ਆਪਣਾ ਰਿਲੇਟਿਵ ਵੀ ਆ ਜਾਵੇ। ਕਈ ਵਾਰੀ ਹਸਪੀਟਲ ਵਿੱਚ ਕੋਈ ਐਸੇ ਗਰੀਬ ਮਰੀਜ਼ ਆ ਜਾਂਦੇ, ਉਹਨਾਂ ਨੇ ਦਵਾਈ ਵੀ ਫ੍ਰੀ ਦੇ ਦੇਣੀ ਹੈ, ਐਕਸਟਰਾ ਵੀ ਕਰਵਾ ਲੈਣਾ ਵਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਆ ਜਾਣਾ, ਡਾਕਟਰ ਸਾਹਿਬ ਮੇਰੇ ਕੋਲ ਤੇ ਪੈਸੇ ਵੀ ਨਹੀਂ ਹੈਗੇ ਆ। ਉਹਨਾਂ ਨੂੰ ਪੈਸੇ ਐਕਸਰੇ ਦੇ ਪੈਸੇ ਵੀ ਨਹੀਂ ਲੈਣੇ, ਦਵਾਈ ਦੇ ਪੈਸੇ ਵੀ ਨਹੀਂ ਲੈਣੇ, ਉਲਟਾ ਆਪਣੀ ਜੇਬ ਦੇ ਵਿੱਚੋਂ 50 ਰੁਪਏ ਇਹਨਾਂ ਨੇ ਕੱਢ ਕੇ ਉਸ ਨੂੰ ਦੇ ਦੇਣੇ। ਉਹਨੂੰ ਕਹਿਣਾ ਬੀਬੀ ਇਹ ਆਪਣਾ ਬੱਸ ਦਾ ਕਿਰਾਇਆ ਲੈ ਜਾ ਔਰ ਕੱਲ੍ਹ ਨੂੰ ਫਿਰ ਆ ਕੇ ਚੈੱਕਅਪ ਕਰਵਾ ਜਾ। 93 ਸਾਲ ਦੀ ਉਮਰ ਦੇ ਵਿੱਚ ਅੱਜ ਵੀ ਇਸ ਤਰ੍ਹਾਂ ਕੰਮ ਕਰ ਰਿਹਾ ਜਿਸ ਤਰ੍ਹਾਂ ਆਮ ਇਸ ਉਮਰ ਦੇ ਵਿੱਚ ਡਾਕਟਰ ਕੋਈ ਵੀ ਨਹੀਂ ਕਰ ਸਕਦਾ। और लिटरेचर में बहुत पढ़ना, स्पिरिचुअल लिटरेचर बहुत पढ़ना, उन्हें मेरी ज़िंदगी से बड़ा छाप पैदा किया स्पिरिचुअल लिटरेचर ने। और उर्दू का लिटरेचर तो मैं पढ़दा ही पढ़दा हाँ। उर्दू के बड़े बड़े साहिर, फिराक और फैज़, इन्हों की सारी शायरी, इतने शेर मैनू आते हैं कि कम अज़ कम 1000 शेर हैं। अगर जल्द कहोगे तो मैं 1-2 शेर तो सुना भी देवांगा। जरूर जरूर इरशाद। मैंने सीने में सजाया दिल हमारा न हुआ, मैंने सीने में सजाया दिल हमारा न हुआ, मुस्करा के तूने देखा दिल तुम्हारा हो गया। और बहुत खूब। अब इसके बाद एक मज़ाहिया शेर सुनिए। जी। रात तुम्हारे हिज्र में, रात तुम्हारे हिज्र में रोया मैं इस कदर, रात तुम्हारे हिज्र में रोया मैं इस कदर, कमरे में मेरे हो गया पानी कमर कमर। बहुत खूब बहुत खूब। एक डॉक्टर ने, एक लेखक ने, एक समाज सेवक ने, ਇਹਦੇ ਬਾਵਜੂਦ ਇੱਕ ਮਜ਼ਾਇਆ ਸ਼ਾਇਰ ਵੀ ਨੇ, ਸੈਂਸਿਟਿਵ ਪਰਸਨ ਵੀ ਨੇ। ਸ਼ਾਇਦ ਇਸੇ ਕਰਕੇ 93 ਸਾਲ ਦੀ ਉਮਰ ਦੇ ਵਿੱਚ ਵੀ ਹੀ ਇਜ਼ ਸਟਿਲ ਯੰਗ। ਡਾਕਟਰ JT ਭਾਟੀਆ ਜੀ, ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਸਾਨੂੰ ਦੱਸੋ। ਮੇਰੀ 1948 ਦੇ ਵਿੱਚ ਸ੍ਰੀ ਗੰਗਾ ਨਗਰ ਤੋਂ ਰਹਿਣ ਵਾਲੀ ਆਗਿਆ ਰਾਣੀ ਦੇ ਨਾਲ ਮੇਰੀ ਸ਼ਾਦੀ ਹੋਈ ਸੀ। ਭਾਵੇਂ ਉਹਦੇ ਮੇਰੇ ਖਿਆਲਾਤ ਬਿਲਕੁਲ ਨਹੀਂ ਮਿਲਦੇ, ਔਰ ਉਹ ਬੜੀ ਚੁੱਪਚਾਪ ਧਾਰਮਿਕ ਔਰ ਬੜੇ ਹੀ ਆਪਣੇ ਅਸੂਲਾਂ ਦੀ ਡਿਸਿਪਲਿਨ ਦੀ ਪਾਬੰਦ ਸੀ, ਲੇਕਿਨ ਫਿਰ ਵੀ ਮੈਂ ਉਹਦੇ ਨਾਲ ਹਰ ਸੂਰਤ ਦੇ ਵਿੱਚ ਨਿਭਾਇਆ ਔਰ ਨਿਭਾ ਕੇ ਬੜੀ ਸੋਹਣੀ ਜ਼ਿੰਦਗੀ ਬਸਰ ਕਰਕੇ ਪਿਛਲੇ ਸਾਲ ਉਹਦੀ ਡੈਥ ਹੋ ਗਈ है। मेरा एक बेटा है और 2 बेटियां हैं। बेटा जड़ा है वो इसे अस्पताल दे विच मेरे नाल काम करता है। बचपन से लेकर अभी तक उनके हर एक फील्ड में, डॉक्टरी के फील्ड में उनको कोई भी सरपास नहीं कर सकता। सारा पंजाब दुआबा ऐसी शख्सियत कभी कभी दुनिया में आती है और अपनी छाप छोड़ के जाती है। उनके पीछे जो असली शख्सियत थी वो मेरी माता जी का हाथ था। भगवान उनको वो लंबी उम्र दे और ऐसी शख्सियतें बार बार इस धरती पे उतरें और लोगों का भला करें और बिना निस्वार्थ भावना से डॉक्टरी पेशे को 4 चांद लगाए। ਉਹਦੀ ਜਿਹੜੀ ਵਾਈਫ ਹੈ ਉਹਦਾ ਨਾਮ ਹੈ ਗੀਤਾ ਭਾਟੀਆ, ਉਹ ਹਸਪਤਾਲ ਵੀ ਕੰਮ ਕਰਦੇ ਨੇ ਅਤੇ ਸਿਹਤਲਨ ਦੇ ਵਿੱਚ ਹਸਪਤਾਲ ਦੇ ਹੈੱਡ ਇੰਚਾਰਜ ਹੈ। ਮੇਰਾ ਵਿਆਹ ਹੋਇਆ ਸੀ 1977 ਵਿੱਚ ਔਰ ਮੈਂ ਇੱਥੇ ਹਸਪਤਾਲ ਵਿੱਚ 1980 ਵਿੱਚ ਆਈ ਸੀ। ਮੈਂ ਦੇਖ ਕੇ ਬੜੀ ਹੈਰਾਨ ਹੋਈ ਕਿ ਇੱਥੇ ਦਾ ਤੇ ਟੋਟਲੀ ਵਾਤਾਵਰਨ ਹੀ ਵੱਖਰਾ ਹੈਗਾ ਹੈ। ਮੇਰੇ ਫਾਦਰ ਇਨ ਲਾਅ ਡਾਕਟਰ JT ਭਾਟੀਆ ਜੀ ਉਸ ਵੇਲੇ ਮਰੀਜ਼ਾਂ ਨੂੰ ਰੋਟੀ ਵੀ ਕੋਲੋਂ ਦੇਣੀ, ਦਵਾਈਆਂ ਵੀ ਦੇਣੀ
ਔਰ ਉਹਨਾਂ ਦਾ ਇਲਾਜ ਵੀ ਫ੍ਰੀ ਕਰਨਾ। ਤੇ ਮੈਂ ਤੇ ਬੰਬੇ ਦੀ ਰਹਿਣ ਵਾਲੀ ਸੀ, ਮੈਨੂੰ ਬੜਾ ਹੈਰਾਨ ਹੋਇਆ ਕਿ ਕਿਹੋ ਜਿਹਾ ਹਸਪਤਾਲ ਹੈ, ਪਰ ਧੀਰੇ ਧੀਰੇ ਉਹਨਾਂ ਦੇ ਜਿਹੜੀ ਲਕਸ਼ ਹੈਗਾ ਸੀ ਉਹ ਮੈਨੂੰ ਬਹੁਤ ਅੱਛੀ ਤਰ੍ਹਾਂ ਸਮਝ ਆ ਗਿਆ ਕਿ ਇਹ ਬਹੁਤ ਹੀ ਨੇਕ ਇਨਸਾਨ, ਨੇਕ ਦਿਲ ਬੰਦੇ ਹੈ ਜਿਨ੍ਹਾਂ ਨੇ ਵਾਕਈ ਡਾਕਟਰੀ ਲਾਈਨ ਨੂੰ ਬਹੁਤ ਉੱਚਾ ਕੀਤਾ ਹੈਗਾ ਵੇ। ਮੇਰੇ ਬੇਟੇ ਵਿਨੋਦ ਦੀ ਇੱਕੋ ਲੜਕੀ ਹੈ, ਉਹ ਵੀ ਚਿਲਡਰਨ ਸਪੈਸ਼ਲਿਸਟ ਹੈ। ਮੇਰੇ ਦਾਦਾ ਜੀ ਬਾਰੇ ਜਿੰਨਾ ਕੁਝ ਵੀ ਕਿਹਾ ਜਾਏ ਉਹ ਘੱਟ ਹੀ ਹੋਏਗਾ। ਜੇ ਘਰ ਦਾ ਹੋਵੇ ਜਾਂ ਹਸਪਤਾਲ ਦਾ ਹੋਵੇ ਜਾਂ ਸਮਾਜ ਸੇਵਾ ਦਾ ਹੋਵੇ, ਹਰ ਪਾਸੇ ਉਹਨਾਂ ਨੇ ਸਾਨੂੰ ਹਮੇਸ਼ਾ ਗਾਈਡ ਹੀ ਕੀਤਾ ਹੈ। ਹਮੇਸ਼ਾ ਮੇਰੇ ਦਿਮਾਗ ਵਿੱਚ, ਮੇਰੇ ਮਾਈਂਡ ਦੇ ਬੈਕ ਸਾਈਡ ਵਿੱਚ ਹਮੇਸ਼ਾ ਇੱਕ ਗੱਲ ਰਹਿੰਦੀ ਹੈ, ਬੇਟਾ ਦੇਖੋ ਪੇਸ਼ੈਂਟ ਦੀ ਲੋੜ ਹੈਗੀ ਹੈ ਤੇ ਆਪਣੇ ਵੱਲੋਂ ਦੇ ਦਿਓ, ਲੇਕਿਨ ਕਿਸੇ ਤੋਂ ਨਜਾਇਜ਼ 1 ਰੁਪਿਆ ਨਾ ਲਓ। ਉਹਨਾਂ ਨੇ ਜਿੰਨੂੰ ਵੀ ਵੇਖਿਆ ਹੈ ਇੱਕ ਸਾਦਗੀ ਭਰੀ ਤੇ ਇੱਕ ਇਸ ਤਰ੍ਹਾਂ ਦੀ ਨਜ਼ਰ ਨਾਲ ਵੇਖਿਆ ਕਿ ਉਹਨਾਂ ਨੂੰ ਸਾਰਿਆਂ ਦੀ ਹਮੇਸ਼ਾ ਅੱਛਾਈਆਂ ਹੀ ਦਿਖੀਆਂ ਨੇ, ਚਾਹੇ ਉਹ ਕਿੱਦਾਂ ਦਾ ਵੀ ਬੰਦਾ क्यों ना होवे। आई एम सो प्राउड ऑफ माई दादू, जो भी उन्होंने सिखाया है आज मैं अपनी पूरी कोशिश करती हूँ कि हर एक मोमेंट, हर एक लम्हा मैं वो फॉलो करूँ। बहुत मुश्किल है उनके फुटस्टेप्स पे चलना क्योंकि इतने ज़्यादा उन्होंने हाई स्टैंडर्ड्स रखे हुए हैं, लेकिन कोशिश हमेशा बरकरार है। और 2 मेरिया लड़कियां हैं, दोनों दिल्ली ਵਿਆਹੀ ਗਈਆਂ, ਸਕਿਆਂ ਭਰਾਵਾਂ ਦੇ ਨਾਲ। ਉੱਥੇ ਹੀ ਦਰਾੜੀਆਂ ਜਠਾੜੀਆਂ। ਜਿਹੜੀ ਵੱਡੀ ਲੜਕੀ ਹੈ ਉਹਦੇ 2 ਬੇਟੇ ਹਨ, ਇੱਕ ਦਾ ਨਾਮ ਸੋਨੂ, ਇੱਕ ਦਾ ਨਾਮ ਮੋਨੂ, ਔਰ ਇੱਕ ਲੜਕੀ ਹੈ ਸਿੰਪੀ। ਔਰ ਦੂਜੀ ਲੜਕੀ ਜਿਹੜੀ ਹੈ ਦਾ ਨਾਮ ਹੈ ਸੁਨੀਲਾ ਭਾਟੀਆ। ਉਹਦੀਆਂ 3 ਲੜਕੀਆਂ ਹਨ ਤੇ ਇੱਕ ਲੜਕਾ ਹੈ ਪੰਕਜ ਭਾਟੀਆ। ਸਾਰੀ ਫੈਮਿਲੀ ਡਾਕਟਰ ਫੈਮਿਲੀ ਹੈ ਔਰ ਅਸੀਂ ਬੜੀ ਕਾਮਯਾਬੀ ਵੀ ਹਾਸਲ ਕੀਤੀ ਹੈ, ਸੇਵਾ ਵੀ ਕਰ ਰਹੇ ਹਾਂ ਔਰ ਰੱਬ ਅੱਗੇ ਅਰਦਾਸ ਕਰ ਰਹੇ ਹਾਂ ਕਿ ਸਾਨੂੰ ਅੱਗੋਂ ਵਾਸਤੇ ਵੀ ਮੌਕਾ ਦਿਓ ਕਿ ਅਸੀਂ ਸੇਵਾ ਕਰਦੇ ਰਹਾਂ। ਡਾਕਟਰ ਭਾਟੀਆ ਜੀ, ਤੁਸੀਂ ਇੱਕ ਡਾਕਟਰ ਹੋਣ ਦੇ ਨਾਲ ਨਾਲ ਇੱਕ ਸਮਾਜ ਸੇਵਕ ਹੋ, ਇੱਕ ਲੇਖਕ ਵੀ ਹੋ, ਔਰ ਲੇਖਕ ਜੋ ਹੈ ਉਹ ਸਮਾਜ ਨੂੰ ਬੜੇ ਗੂੜੇ ਨਜ਼ਰੀਏ ਨਾਲ ਦੇਖਦਾ ਹੈ, ਇੱਕ ਅਲੱਗ ਨਜ਼ਰ ਨਾਲ ਦੇਖਦਾ ਹੈ। ਸੋ ਤੁਸੀਂ ਇਸ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੋਗੇ? 2 ਸਾਲ ਪਹਿਲੇ ਜਿਸ ਵੇਲੇ ਰੇਪ ਕੇਸਿਸ ਦੀ ਸਜ਼ਾ ਉਮਰ ਕੈਦ ਤੇ ਫਾਂਸੀ ਤੱਕ ਕਰ ਦਿੱਤੀ ਸੀ, ਇਹ ਸਮਝਿਆ ਗਿਆ ਸੀ ਕਿ ਹੁਣ ਰੇਪ ਕੇਸਿਸ 'ਤੇ ਕੰਟਰੋਲ ਹੋ ਜਾਏਗਾ, ਲੇਕਿਨ ਆંકੜੇ ਕਹਿੰਦੇ ਨੇ ਕਿ ਅੱਗੇ ਕੋਲੋਂ ਜ਼ਿਆਦਾ ਰੇਪ ਕੇਸਿਸ ਹੋ ਰਹੇ ਹਨ। ਤਾਂ ਇਸ ਦਾ ਇਲਾਜ ਇਹੋ ਹੀ ਹੈ ਕਿ ਮਾਂ ਦੇ ਪੇਟ ਤੋਂ ਘਰ ਦੇ ਵਿੱਚ, ਸਕੂਲ ਦੇ ਵਿੱਚ, ਕਾਲਜਾਂ ਦੇ ਵਿੱਚ ਸੈਪਰੇਟ ਸਿਲੇਬਸ ਹੋਵੇ, ਕੈਰੈਕਟਰ ਬਿਲਡਿੰਗ ਸਿਲੇਬਸ ਹੋਣਾ ਚਾਹੀਦਾ ਤਾਂ ਕਿ ਉਹਨਾਂ ਦਾ ਇਹ ਭੈੜੀ ਗੱਲਾਂ 'ਚ ਧਿਆਨ ਨਾ ਜਾਵੇ, ਤਾਂ ਹੀ ਰੇਪ ਕੇਸਿਸ ਦਾ ਕੰਟਰੋਲ ਹੋ ਸਕਦਾ ਹੈ। ਡਾਕਟਰ ਸਾਹਿਬ, ਇੱਕ ਬਹੁਤ ਹੀ ਵਧੀਆ ਮੈਸੇਜ ਤੁਸੀਂ ਦਿੱਤਾ ਹੈ ਸਾਡੇ ਦਰਸ਼ਕਾਂ ਨੂੰ, ਜਿਹਦੀ ਅੱਜ ਦੇ ਸਮਾਜ ਨੂੰ ਲੋੜ ਵੀ ਹੈ। ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।